ਬੇਅਦਬੀ ਮਾਮਲਿਆਂ ਬਾਰੇ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ। ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਨਾਲ ਅਕਾਲੀ ਦਲ ਦੇ ਵਿਰੋਧੀਆਂ ਦਾ ਮੂੰਹ ਹੋਇਆ ਬੰਦ। ਸ਼੍ਰੋਮਣੀ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਖਿਲਾਫ ਕਰਾਂਗੇ ਮਾਨਹਾਨੀ ਦਾ ਕੇਸ। ਫਰੀਦਕੋਟ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਲਾਈਵ ਭਾਰਤ। ਤੁਸੀਂ ਦੇਖਿਆ ਹੋਣਾ ਕਿ 2015 ਦੇ ਵਿੱਚ ਤੋਂ ਲੈ ਕੇ ਹੁਣ ਤੱਕ ਜੋ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸਰੂਪ ਆ ਉਹ ਚੋਰੀ ਹੋਏ ਸਨ। ਉਸ ਤੋਂ ਬਾਅਦ ਫਿਰ ਉਸ ਸਮੇਂ ਬਾਅਦ ਉਹਨਾਂ ਦੇ ਅੰਗ ਹੈ ਜਿਹੜੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਾਰੇ ਗਏ। ਬੇਅਦਬੀ ਘੋਰ ਬੇਅਦਬੀ ਕੀਤੀ ਗਈ ਔਰ ਉਸ ਸਬੰਧ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲਾਂ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਬਣਾਇਆ ਕਿ ਇਹ ਜਿਹੜੀ ਬੇਅਦਬੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਵਿੱਚ ਹੱਥ ਹੈ ਔਰ ਉਹਦੇ ਲਈ ਤੁਰੰਤ ਹੀ ਉਸ ਵਕਤ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਮਸਲਾ ਸੀ ਜਿਹੜਾ ਇਹਦੀ ਗੰਭੀਰਤਾ ਨੂੰ ਵੇਖਦੇ ਹੋਏ ਤੇ ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ ਤੇ ਅਖੌਤੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਸੀ ਜਿਹੜੀਆਂ ਉਹਨਾਂ ਦੇ ਕਹਿਣ ਦੇ ਉੱਤੇ CBI ਨੂੰ ਸੌਂਪ ਦਿੱਤਾ। CBI ਨੇ ਇਹਦੀ ਪੜਤਾਲ ਕੀਤੀ। ਉਹਨਾਂ ਨੇ ਕਲੋਜ਼ਰ ਰਿਪੋਰਟ ਵੀ ਜਿਹੜੀ ਹੈਗੀ ਅਦਾਲਤ ਦੇ ਵਿੱਚ ਦੇ ਦਿੱਤੀ, ਲੇਕਿਨ ਉਸ ਕਲੋਜ਼ਰ ਰਿਪੋਰਟ ਦਾ ਵਿਰੋਧ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਤੇ SGPC ਨੇ। ਫਿਰ ਕਾਂਗਰਸ ਦੀ ਸਰਕਾਰ ਬਣ ਗਈ। ਕਾਂਗਰਸ ਦੀ ਸਰਕਾਰ ਨੇ CBI ਕੋਲੋਂ ਕੇਸ ਵਾਪਸ ਮੰਗਾ ਲਿਆ। ਫਿਰ ਇੱਕ ਪਹਿਲੀ ਸਿੱਟ ਬਣੀ ਖੱਟੜਾ ਸਾਹਿਬ ਦੀ ਅਗਵਾਈ ਦੇ ਵਿੱਚ, IG ਖੱਟੜਾ, ਰਣਬੀਰ ਖੱਟੜਾ ਜੀ। ਉਹਨਾਂ ਨੇ ਪੂਰੀ ਪੜਤਾਲ ਕੀਤੀ, ਭੋਗ ਪੜਤਾਲ ਕੀਤੀ ਔਰ ਇਸੇ ਤਰ੍ਹਾਂ ਹੀ ਇੱਕ ਸਿੱਟ ਬਣੀ ਫਿਰ ਬਾਅਦ ਦੇ ਵਿੱਚ IG ਪਰਮਾਰ ਸਾਹਿਬ ਦੀ ਅਗਵਾਈ ਦੇ ਥੱਲੇ। ਉਸ ਨੇ ਪੂਰੀ ਘੋਖ ਪੜਤਾਲ ਕੀਤੀ। ਇਹਦੇ ਵਿੱਚ 3 FIR ਦੀ ਜਿਹੜੀ ਹੈਗੀ ਆ ਘੋਖ ਪੜਤਾਲ ਸੀਗੀ। ਉਹਨਾਂ ਦੇ ਹੈਗੇ ਆ ਨੰਬਰ, ਇੱਕ ਤਾਂ FIR ਨੰਬਰ 63 ਹੈ 2015 ਦੀ ਥਾਣਾ ਬਾਜਾਖਾਨਾ ਦੀ, ਇੱਕ ਹੈਗੀ ਆ FIR ਨੰਬਰ 117 ਤੇ ਇੱਕ ਹੈਗੀ ਆ FIR ਨੰਬਰ 128। ਇਹ ਤਿੰਨੇ ਬਾਜਾਖਾਨਾ ਥਾਣੇ ਦੇ ਵਿੱਚ FIR ਦਰਜ ਸੀਗੀਆਂ ਜਿਹੜੀਆਂ ਬੁਰਜ ਜਵਾਹਰ ਸਿੰਘ ਨਾਲ ਸੰਬੰਧਿਤ ਤੇ ਬਰਗਾੜੀ ਨਾਲ ਸੰਬੰਧਿਤ ਸੀ। ਇਹਦੀ ਰਿਪੋਰਟ ਤਿਆਰ ਹੋਈ ਕਾਂਗਰਸ ਸਰਕਾਰ ਵੇਲੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਔਰ ਪਰਮਾਰ ਸਾਹਿਬ ਨੇ ਰਿਪੋਰਟ ਮੁੱਖ ਮੰਤਰੀ ਸਾਹਿਬ ਨੂੰ ਸੌਂਪ ਦਿੱਤੀ ਤੇ ਮੁੱਖ ਮੰਤਰੀ ਸਾਹਿਬ ਨੇ ਅਖੌਤੀ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਦੇ ਵਿੱਚੋਂ ਕੁਛ ਸਾਰਿਆਂ ਨੂੰ ਨਹੀਂ ਬੁਲਾਇਆ, ਕੁਛ ਨੂੰ ਬੁਲਾ ਕੇ ਉਹਨਾਂ ਨੂੰ ਇਹ ਰਿਪੋਰਟ ਹੈ ਜਿਹੜੀ ਸੌਂਪ ਦਿੱਤੀ ਤੇ ਉਹਦੇ ਵਿੱਚ ਇਹ ਕਲੀਅਰ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਨਹੀਂ ਸੀ ਇਸ ਗੱਲ ਨਾਲ। ਉਹਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਉਹ ਤੁਸੀਂ ਅਖਬਾਰਾਂ 'ਚ ਪੜ੍ਹੇ ਹੀ ਹੈ ਸਾਰੇ, ਸੱਚਾ ਸੌਦੇ ਦੀ ਜਿਹੜੀ ਟੀਮ ਹੈ ਸਾਰੀ। ਔਰ 7 ਸਾਲ ਮਾਨਸਿਕ ਪੀੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਝੱਲੀ ਤੇ ਅਕਾਲੀ ਦਲ ਦੇ ਵਰਕਰਾਂ ਨੇ ਝੱਲੀ। ਸਿਰਫ ਇਹਨਾਂ ਨੇ ਫਰੇਮ ਕੀਤਾ ਵੋਟਾਂ ਲੈਣ ਦੀ ਖਾਤਰ। ਪਹਿਲਾਂ ਕਾਂਗਰਸ ਵਾਲੇ ਝੂਠ ਬੋਲ ਕੇ ਵੋਟਾਂ ਬਣਾ ਕੇ ਸਰਕਾਰ ਬਣਾ ਕੇ ਆਪਦੀ ਵੋਟਾਂ ਪਾ ਕੇ ਫਿਰ ਆਮ ਵਾਲੇ ਬਣਾ ਗਏ। ਹੁਣ ਉਹਨਾਂ ਵੱਲੋਂ ਹੀ, ਸਾਡਾ ਤਾਂ ਇਹਦੇ 'ਚ ਕੋਈ ਰੋਲ ਨਹੀਂ ਸੀ, ਉਹਨਾਂ ਦੀਆਂ ਸਰਕਾਰਾਂ ਵੱਲੋਂ ਵੀ ਇਹ ਰਿਪੋਰਟਾਂ ਤਿਆਰ ਕਰਾਈਆਂ ਗਈਆਂ ਤੇ ਉਹਦੇ ਵਿੱਚ ਜਿਹੜਾ ਹੈਗਾ ਹੁਣ ਅਕਸਰ ਅਫਸਰ ਜਿਹੜੇ ਉਹਨਾਂ ਨੇ ਤਾਂ ਸਹੀ ਕੰਮ ਕਰਨਾ ਹੈ, ਉਹਨਾਂ ਨੇ ਤਾਂ ਜੋ ਹੈਗਾ ਮੈਰਿਟ ਦੇ ਆਧਾਰ ਦੇ ਉੱਤੇ ਕੰਮ ਕਰਨਾ ਹੈ। ਤੇ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਸਾਡੇ ਮਨ ਦੇ ਉੱਤੇ ਬਹੁਤ ਵੱਡਾ ਜਿਹੜਾ ਬੋਝ ਹੈ ਉਹ ਲੱਥਾ ਹੈ ਔਰ ਇਹ ਇੱਕ ਬੜੀ ਵੱਡੀ ਚਾਲ ਸੀਗੀ ਏਜੰਸੀਆਂ ਦੀ, ਸਰਕਾਰਾਂ ਦੀ ਕਿ ਸਿੱਖ ਲੀਡਰਸ਼ਿਪ ਨੂੰ ਜਿਹੜਾ ਹੈਗਾ ਵਿਹੂਣਾ ਕੀਤਾ ਜਾਵੇ, ਖਤਮ ਕੀਤਾ ਜਾਵੇ। ਜਿਵੇਂ ਹੁਣ ਚੱਲ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਕਿ ਨੈਸ਼ਨਲ ਪਾਰਟੀਆਂ ਲੱਗੀਆਂ ਹੋਈਆਂ, ਜੋ ਸਟੇਟ ਲੈਵਲ ਦੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਖਤਮ ਕਰ ਦੇ ਉੱਤੇ। ਇਹ ਇਸੇ ਚਾਲ ਦਾ ਇੱਕ ਹਿੱਸਾ ਸੀਗਾ ਤੇ ਸਿੱਖ ਕੌਮ ਨਾਲ ਜਿਹੜਾ ਘੋਰ ਜਿਹੜਾ ਇਹ ਅਨਿਆਂ ਸੀਗਾ ਔਰ ਉਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਸਾਹਮਣੇ ਆ ਗਈਆਂ ਇਹਦੇ ਸੰਬੰਧ ਦੇ ਵਿੱਚ। ਡਾਕਟਰ ਸਾਹਿਬ ਤੁਹਾਡਾ ਨਾਮ ਵੀ ਇਸ ਮਾਮਲੇ ਦੇ ਵਿੱਚ ਆਇਆ ਸੀਗਾ? ਉਹ ਇੱਕ FIR ਦਰਜ ਹੋਈ ਸੀ ਜੀ 2015 'ਚ 129 ਨੰਬਰ।
ਉਸ ਦੇ ਵਿੱਚ IG ਕੰਵਰ ਵਿਜੇ ਪ੍ਰਤਾਪ ਜੀ ਤੇ IG ਪ੍ਰਮੋਦ ਬਾਨ ਐਡੀਸ਼ਨਲ DGP ਪ੍ਰਮੋਦ ਬਾਨ ਜੀ ਦੀ ਅਗਵਾਈ 'ਚੋਂ ਸਿੱਟ ਬਣੀ ਸੀਗੀ। ਔਰ ਦੂਜੇ ਸਿੱਟ ਦੇ ਮੈਂਬਰਾਂ ਨੇ ਤਾਂ ਕਿਉਂਕਿ ਉਹ IG ਕੰਵਰ ਵਿਜੇ ਪ੍ਰਤਾਪ ਹੈ ਜਿਹੜੇ ਉਹ ਇੱਕ ਪਾਸੜ ਚੱਲ ਰਹੇ ਸੀ, ਦੂਸਰੇ ਮੈਂਬਰਾਂ ਦੀ ਉਹਨਾਂ ਨਾਲ ਸਹਿਮਤੀ ਨਹੀਂ ਸੀ, ਉਹਨਾਂ ਨੇ ਸਾਈਨ ਵੀ ਨਹੀਂ ਕੀਤੇ। ਉਹਨਾਂ ਨੇ ਇਕੱਲਿਆਂ ਨਹੀਂ ਤਿਆਰ ਕਰਕੇ ਵਨ ਟਰੈਕ ਰਸਤਾ ਅਪਣਾ ਕੇ ਕਿ ਮੈਂ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ ਤੇ ਇਹਨਾਂ ਦੀ ਲੀਡਰਸ਼ਿਪ ਨੂੰ ਮੈਂ ਫਸਾਉਣਾ। ਉਹਨਾਂ ਨੇ ਵਨ ਟਰੈਕ ਰਸਤਾ ਅਪਣਾ ਕੇ 2018 ਦੇ ਵਿੱਚ 3-4 ਸਾਲਾਂ ਬਾਅਦ ਮੇਰਾ ਨਾਮ ਬਤੌਰ, ਕਿਉਂਕਿ ਮੈਂ ਕੋਟਕਪੂਰਾ ਹਲਕੇ ਦਾ MLA ਸੀ ਉਸ ਵਕਤ, ਮੇਰਾ ਨਾਮ ਬਤੌਰ 120B ਦੇ ਵਿੱਚ ਪਾਇਆ ਤੇ ਉਹਦਾ ਟ੍ਰਾਇਲ ਚੱਲ ਰਿਹਾ ਸੀਗਾ। ਤੇ ਇਨ ਦਾ ਮੀਨ ਟਾਈਮ ਉਹਦੇ ਵਿੱਚੋਂ ਸਾਡੇ ਨਾਲ ਜਿਹੜੇ ਹੋਰ ਬੰਦੇ ਪਾਏ ਹੋਏ ਸੀਗੇ, ਸਬ ਇੰਸਪੈਕਟਰ ਸੀਗੇ, ਕੀ ਨਾਂ ਸੀ ਉਹਨਾਂ ਦਾ, ਪੰਧੇਰ, ਉਹ ਚਲੇ ਗਏ ਆਪਣਾ ਹਾਈ ਕੋਰਟ ਦੇ ਵਿੱਚ। ਤੇ ਹਾਈ ਕੋਰਟ ਨੇ ਮੰਗਾ ਕੇ ਜਦੋਂ ਸਾਰੀ ਵੇਖੀ ਜਿਹੜੀ ਰਿਪੋਰਟ ਸੀਗੀ ਜਿਹੜੀ ਉਹਨਾਂ ਨੇ ਪੇਸ਼ ਕੀਤੀ ਸੀਗੀ, ਉਹਨਾਂ ਨੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਕੁਐਸ਼ ਕਰਤੀ। ਹਾਈ ਕੋਰਟ ਨੇ ਬਿਲਕੁਲ ਖਤਮ ਹੈ ਉਹ ਇਨਵੈਸਟੀਗੇਸ਼ਨ। ਜਦੋਂ ਝੂਠ ਸੀ, ਸਾਰਾ ਕੁਝ ਝੂਠ ਸੀਗਾ। ਮੇਰੇ ਤੇ ਤਾਂ ਪ੍ਰੈਸ਼ਰ ਇਹੀ ਪਾਉਂਦੇ ਸੀਗੇ ਵੀ ਕਿਸੇ ਤਰੀਕੇ ਨਾਲ ਵੀ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਲਵੇ। ਦੇਖੋ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤਾਂ ਮੈਨੂੰ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਤੇ ਸੁਖਬੀਰ ਸਿੰਘ ਬਾਦਲ ਵੀ ਨਹੀਂ। ਜੇ ਜੀ ਕੋਈ ਗੱਲ ਹੋਈ ਹੁੰਦੀ ਤਾਂ ਅਸੀਂ ਪਹਿਲਾਂ ਹੀ ਕਹਿੰਦੇ ਵੀ ਬਾਦਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਸ ਕਰਕੇ ਇਹ ਜੋ ਸੱਚਾਈ ਹੈ, ਸੱਚਾਈ ਦੇ ਉੱਤੇ ਤਾਂ ਪਹਿਰਾ ਦੇਣਾ ਹੀ ਚਾਹੀਦਾ ਹਰ ਇੱਕ ਨੂੰ, ਮੈਂ ਕਹਿੰਦਾ। ਇਹ ਗੱਲ ਹੈ ਕਿ ਕਾਂਗਰਸ ਵੇਲੇ ਆਪ ਵਾਲੇ ਕਹਿੰਦੇ ਰਹੇ ਆ ਵੀ ਕਾਂਗਰਸ ਅਕਾਲੀਆਂ ਨੂੰ ਬਚਾ ਰਹੀ ਹੈ, ਹੁਣ ਕਾਂਗਰਸ ਕਹਿ ਰਹੀ ਹੈ ਕਿ ਆਪ ਅਕਾਲੀਆਂ ਨੂੰ ਬਚਾ ਰਹੀ ਹੈ। ਦਰਅਸਲ ਦੇ ਵਿੱਚ ਸਹੀ ਗੱਲ ਇਹ ਹੈ ਕਿ ਇਸ ਇਸ਼ੂ ਨੂੰ ਦੇਖੋ, ਸਰਾਵਾਂ ਪਿੰਡ ਤੇ ਨਿਆਮੀ ਵਾਲੇ ਪਿੰਡ ਉੱਥੇ ਤੇ ਬਹਿਬਲ, ਰਾਹੁਲ ਗਾਂਧੀ ਜੀ ਵੀ ਆਏ, ਕੇਜਰੀਵਾਲ ਜੀ ਵੀ ਆਏ, ਸਿਰਫ ਆਪਦੀ ਸਿਆਸਤ ਚਮਕਾਉਣ ਵਾਸਤੇ। ਬੇਅਦਬੀ ਦੇ ਉੱਤੇ ਸਿਆਸਤ ਕਰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸਨ, ਚੰਨੀ ਜੀ ਮੁੱਖ ਮੰਤਰੀ ਸਨ, ਭਗਵੰਤ ਮਾਨ ਜੀ ਨੇ ਵੀ ਇਸ 'ਤੇ ਸਿਆਸਤ ਕੀਤੀ, ਔਰ ਕੇਜਰੀਵਾਲ ਨੇ ਵੀ, 4 ਮੁੱਖ ਮੰਤਰੀ ਨੇ ਪੂਰੀ ਸਿਆਸਤ ਜਿਹੜੀ ਹੈ ਇਸ ਇਸ਼ੂ ਦੇ ਉੱਤੇ ਜਿਹੜੀ ਹੈਗੀ ਕੀਤੀ। ਔਰ ਮੈਂ ਇੱਥੇ ਦੱਸਣਾ ਬਣਦਾ ਹੈ ਕਿ ਅਸੀਂ ਹੁਣ ਉਹਨਾਂ ਸਾਰਿਆਂ ਨੂੰ, ਨਵਜੋਤ ਸਿੱਧੂ ਜੀ ਹੋ ਗਏ, ਸੁਖੀ ਰੰਧਾਵਾ ਜੀ ਹੋ ਗਏ, ਜਿਹੜੇ ਨੇ ਵੀ ਸਿਆਸਤ ਕੀਤੀ ਇਸ ਇਸ਼ੂ ਦੇ ਉੱਤੇ, ਸਾਡੀ ਇੱਕ ਟੀਮ ਬਣੀ ਹੋਈ ਹੈ, ਮਹੇਸ਼ਿੰਦਰ ਗਰੇਵਾਲ ਜੀ, ਹਰੀਸ਼ ਰਾਏ ਢਾਂਡਾ ਜੀ ਔਰ ਐਡਵੋਕੇਟਸ ਦੀ ਟੀਮ ਹੈ। ਅਸੀਂ ਕਾਨੂੰਨੀ ਪੜਚੋਲ ਕਰਕੇ ਉਹਨਾਂ ਦੇ ਉੱਤੇ ਜਿਹੜਾ ਹੈ, ਕਿਉਂਕਿ ਮਾਨਸਿਕ ਪੀੜਾ ਅਸੀਂ ਬਹੁਤ ਝੱਲੀ ਹੈ 7 ਸਾਲ, ਅਸੀਂ ਕਾਨੂੰਨੀ ਪੜਚੋਲ ਕਰਕੇ ਉਹਨਾਂ ਦੇ ਉੱਤੇ ਜਿਹੜਾ ਹੈ ਅਸੀਂ ਮਾਨਹਾਨੀ ਦਾ ਜਾਂ ਉਹਦਾ ਡੈਫਾਮੇਸ਼ਨ ਦਾ ਕੇਸ ਵੀ ਜਿਹੜਾ ਹੈਗਾ ਉਹ ਮਾਮਲੇ ਹਾਈ ਕੋਰਟ ਦੇ ਵਿੱਚ ਜਾਂ ਲੋਅਰ ਕੋਰਟ ਦੇ ਵਿੱਚ ਜਿੱਥੇ ਵੀ ਉਹ ਐਲੀਜੀਬਲ ਹੋਇਆ ਤੇ ਉੱਥੇ ਅਸੀਂ ਉਹ ਪਾਵਾਂਗੇ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਰ ਕੋਈ ਵਰਕਰ ਹੈ ਜਿਹੜਾ, ਕਿਉਂਕਿ ਕੋਈ ਕਸਰ ਨਹੀਂ ਛੱਡੀ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਇਆ ਉਸ ਵਕਤ ਮੈਂ ਕੁਦਰਤੀ ਇੱਥੇ ਨਹੀਂ ਸੀਗਾ, ਮੈਂ ਕੈਨੇਡਾ ਗਿਆ ਹੋਇਆ ਸੀਗਾ, ਅਮਰੀਕਾ ਤੇ ਕੈਨੇਡਾ। ਮੈਂ 1.5 ਮਹੀਨੇ ਬਾਅਦ ਮੁੜ ਕੇ ਆਇਆ। ਉਸ ਤੋਂ ਬਾਅਦ ਫਿਰ ਜਦੋਂ ਬੇਅਦਬੀ ਹੋਈ ਹੈ ਉਸ ਦਿਨ ਅਸੀਂ ਸਾਰੇ ਜਣੇ ਉਸ ਜਗ੍ਹਾ 'ਤੇ ਗਏ ਸੀਗੇ, ਬਰਗਾੜੀ ਪਿੰਡ। ਅਸੀਂ ਸਾਰੇ ਜਣੇ ਆ ਬੈਠੇ, ਬੀਬੀ ਜੀ ਬੈਠੇ ਆ, ਮੈਂਬਰ ਸਾਹਿਬ ਬੈਠੇ ਆ, ਸਾਰੇ ਲੀਡਰਸ਼ਿਪ ਹੈ। ਮੱਕੜ ਸਾਹਿਬ ਹੁਣ ਨਹੀਂ ਰਹੇ, ਉਹ ਸਾਡੇ HPC ਪ੍ਰਧਾਨ ਸੀ, ਉਹ ਵੀ ਉੱਥੇ ਗਏ ਸੀਗੇ। ਫਿਰ ਇਸ ਤੋਂ ਇਲਾਵਾ ਆਪਣਾ ਢਿੱਲੋਂ ਸਾਹਿਬ ਦਾ ਪਿੰਡ ਹੈ, ਢਿੱਲੋਂ ਸਾਹਿਬ ਸੀਗੇ, ਸਾਰੀ ਸਾਡੀ ਸੀਨੀਅਰ ਲੀਡਰਸ਼ਿਪ ਸੀ ਉੱਥੇ। ਸਾਡੇ SGPC ਮੈਂਬਰ ਬਾਠ ਸਾਹਿਬ ਨਹੀਂ ਰਹੇ, ਲਖਵੀਰ ਸਿੰਘ ਰਾਈਆਂ ਵਾਲਾ ਸਾਡੇ ਵਿੱਚ ਨਹੀਂ ਰਹੇ, ਉਹ ਵੀ ਉੱਥੇ ਹਾਜ਼ਰ ਸੀਗੇ ਸਾਰੇ ਜਣੇ। ਅਸੀਂ ਸਾਰੇ ਜਣੇ ਅਸੀਂ ਉੱਥੇ ਗੁਰਦੁਆਰਾ ਸਾਹਿਬ ਵੀ ਗਏ ਹਾਂ। ਅਸੀਂ ਜਦੋਂ ਪਹਿਲਾਂ ਗਏ ਹਾਂ, ਪਹਿਲਾਂ ਅਸੀਂ SGPC ਮੈਂਬਰ ਨੂੰ ਭੇਜਿਆ ਸੀ ਉੱਥੇ, ਲੇਕਿਨ ਉੱਥੇ ਹਾਲਾਤ ਹੀ ਇਹੋ ਜਿਹੇ ਸੀਗੇ ਕਿ ਉਸ SGPC ਮੈਂਬਰ ਦੀ ਬਹੁਤ ਬੇਇੱਜ਼ਤੀ ਕੀਤੀ, ਉਹਦੀ ਕੁੱਟਮਾਰ ਕੀਤੀ, ਉਹਨੂੰ ਜੁੱਤੀ ਵੀ ਉੱਥੇ ਛੱਡ ਕੇ ਆਉਣੀ ਪਈ। ਉਸ ਤੋਂ ਬਾਅਦ ਸਾਨੂੰ ਪੁਲਿਸ ਦੇ ਆਪਣੇ DIG ਸਾਹਿਬ ਨੇ, DC ਸਾਹਿਬ ਨੇ, SSP ਮਾਨ ਸਾਹਿਬ ਹੁੰਦੇ ਸੀ, ਉਹਨਾਂ ਨੇ ਰੋਕਤਾ ਕਿ ਮੱਕੜ ਸਾਹਿਬ ਆਏ ਹੋਏ ਆ, ਤੁਸੀਂ ਹਜੇ ਨਾ ਜਾਓ, ਹਜੇ ਹਾਲਾਤ ਨਹੀਂ ਠੀਕ ਹੈਗੇ। ਫਿਰ ਜਦੋਂ ਸਾਨੂੰ ਉਹਨਾਂ ਨੇ ਕਲੀਅਰ ਕੀਤਾ, ਅਸੀਂ ਉੱਥੇ ਸਾਰੇ ਜਣੇ ਜਾ ਕੇ ਆਏ ਹਾਂ। ਹੁਣ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਲੱਭਣ ਦੀ। ਤੁਸੀਂ ਹੈਰਾਨ ਹੋਵੋਗੇ ਕਿ ਇਹ ਢਿੱਲੋਂ ਸਾਹਿਬ ਦਾ ਪਿੰਡ ਹੈ ਬਰਗਾੜੀ, ਇਹਨਾਂ ਦੇ 7-8 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿੰਨੇ ਵੀ ਪਿੰਡ ਹੈਗੇ ਆ, ਸਾਹੋ ਹੈਗਾ, ਬੁਰਜ ਜਵਾਹਰ ਸਿੰਘ ਹੈਗਾ, ਬੁਰਜ ਹਰੀਕਾ ਹੈਗਾ, ਰਣ ਸਿੰਘ ਵਾਲਾ ਹੈਗਾ, ਗੰਦਾਰਾ ਹੈਗਾ, ਬਹਿਬਲ ਹੈਗਾ, ਬਹਿਬਲ ਖੁਰਦ ਹੈਗਾ, ਤੇ ਮਤਲਬ ਜਿੰਨੇ ਵੀ ਪਿੰਡ ਸੀਗੇ 8-9 ਕਿਲੋਮੀਟਰ ਦੇ ਘੇਰੇ 'ਚ, ਉੱਥੇ ਪੁਲਿਸ ਨੇ ਵੀ ਕੋਈ ਕਸਰ ਨਹੀਂ ਛੱਡੀ। ਪੂਰੀ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਜਿਨ੍ਹਾਂ ਦੇ ਬੈਂਕ 'ਚ ਖਾਤੇ ਹੈਗੇ ਆ, ਜਿਨ੍ਹਾਂ ਦੇ ਟੈਲੀਫੋਨ ਹਰ ਇੱਕ ਦੇ ਟੈਲੀਫੋਨ ਟੇਪ ਕਰਕੇ ਪੜਤਾਲ ਕੀਤੀ ਗਈ। ਪਿਛਲੇ ਸਮੇਂ ਦੀਆਂ ਜਿਹੜੀਆਂ ਕਾਲਾਂ ਕਢਾਈਆਂ ਗਈਆਂ ਸਾਰੀਆਂ, ਹਰ ਇੱਕ ਬੈਂਕ ਖਾਤਾ ਚੈੱਕ ਕੀਤਾ ਗਿਆ, ਹਰ ਇੱਕ RC ਗੱਡੀਆਂ ਦੀ ਹੈ, ਟਰੈਕਟਰ ਦੀ ਹੈ, ਮੋਟਰਸਾਈਕਲ ਦੀ ਹੈ, ਹਰ ਇੱਕ ਚੀਜ਼ ਚੈੱਕ ਕੀਤੀ ਗਈ, ਪੂਰੀ ਕੋਸ਼ਿਸ਼ ਕੀਤੀ। ਪਰ ਕਈ ਦਫਾ ਆਪਾਂ ਕੋਸ਼ਿਸ਼ ਕਰਨ ਦੇ ਬਾਵਜੂਦ ਕਿ ਕਈ ਵਾਰੀ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ, ਉਸ ਵੱਲੋਂ ਵੀ ਕੋਈ ਕਸਰ ਬਾਕੀ ਨਹੀਂ ਸੀਗੀ।
ਪਰ ਹਰ ਇੱਕ ਨੇ ਆਪਦੀਆਂ ਐਫਰਟਸ ਕੀਤੀਆਂ, ਇਹ ਨਹੀਂ ਵੀ ਕਿਸੇ ਨੇ ਐਫਰਟਸ ਨਹੀਂ ਕੀਤੀਆਂ ਹੈਗੀਆਂ। ਪਰ ਹੁਣ ਦੇਖੋ ਗੱਲ ਸੁਣੋ ਵੀ ਇਹ ਤਾਂ ਇਹ ਗੱਲ ਮੜਤੀ ਇਹਨਾਂ ਨੇ ਇੱਥੋਂ ਵਾਲੀ ਵੀ ਇਹ ਤਾਂ ਜੀ ਬਾਦਲ ਦਾ ਅਤੇ ਸੁਖਬੀਰ ਬਾਦਲ ਦਾ ਅਤੇ ਫਲਾਣੇ ਦਾ ਰੋਲ ਹੈਗਾ। ਹੁਣ ਪਟਿਆਲੇ ਕੀ ਹੋਇਆ ਤੁਹਾਡੇ ਸਾਹਮਣੇ ਹੀ ਹੈ, ਬੰਦੇ ਮਰਿਆ ਪਟਿਆਲੇ। ਉਦੋਂ ਬਾਅਦ ਬਰਨਾਲੇ ਕੀ ਹੋਇਆ ਸੀਗਾ, ਬਰਨਾਲੇ ਮਰੇ ਸੀਗੇ। ਫਿਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਘਟਦੀਆਂ ਉਹਦੇ 'ਚ ਫਿਰ ਇਹ ਭਗਵੰਤ ਮਾਨ ਨੂੰ ਟੰਗ ਦੇਣ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਟੰਗ ਦੇਣ। ਜਦੋਂ ਬਰਨਾਲੇ ਹੋਈ ਸੀ ਉਹ ਮੁੱਖ ਮੰਤਰੀ ਸੀਗੇ। ਇਹਨੂੰ ਨਾ ਸਿਆਸਤ ਨਾਲ ਨਹੀਂ ਲੈਣਾ ਚਾਹੀਦਾ, ਇਹਨੂੰ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਅੱਜ ਆਪਾਂ ਕਹਿ ਰਹੇ ਹਾਂ ਕਿ ਸਾਡੇ ਬੱਚੇ ਵਿਦੇਸ਼ ਜਾ ਰਹੇ ਹੈ, ਸਾਡੇ ਬੱਚੇ ਐਂ ਕਰ ਰਹੇ। ਉਹਨਾਂ ਦਾ ਕਾਰਨ ਹੀ ਇਹ ਹੈ ਕਿ ਇੱਥੇ ਕਈ ਦਫਾ ਧੱਕਾ ਹੀ ਇੰਨਾ ਹੋ ਜਾਂਦਾ ਹੈ, ਚਾਹੇ ਕੋਈ ਵੀ ਕਿਸੇ ਪ੍ਰਕਾਰ ਦੀ ਸਰਕਾਰ ਹੋਵੇ। ਅਗਲਾ ਕਹਿੰਦਾ ਯਾਰ ਉੱਥੇ ਜੇ ਜਾਵਾਂਗੇ ਉੱਥੇ ਕਮ ਸੇ ਕਮ ਧੱਕੇ ਵਾਲੀ ਗੱਲ ਤਾਂ ਕੋਈ ਨਹੀਂ ਹੋਊਗੀ। ਇਹ ਵੀ ਇੱਕ ਵੱਡਾ ਕਾਰਨ ਹੈਗਾ ਕਿ ਇਹ ਹੈ ਹੁਣ ਇਹਨਾਂ ਦਾ ਰਾਜ ਆ ਗਿਆ, ਹੁਣ ਇਹਨਾਂ ਨੂੰ ਫਸਾ ਦੇ, ਹੁਣ ਇਹਨਾਂ ਦਾ ਰਾਜ ਆ ਗਿਆ, ਇਹਨਾਂ ਨੂੰ ਫਸਾ ਦੇ। ਡਾਕਟਰ ਸਾਹਿਬ ਇੱਕ ਇਹਦੇ ਵਿੱਚ ਡੇਰੇ ਦੇ ਜਿਹੜਾ ਨਾਮਜ਼ਦ ਕੀਤਾ ਗਿਆ ਸੀ ਮੂਵੀ ਨੂੰ ਡੇਰਾ ਕਿਹਾ, ਸਾਰੀ ਭੂਮਿਕਾ ਕਿਹਾ ਵੀ ਉਹਨਾਂ ਵੱਲੋਂ ਕੀਤੀ ਗਈ ਸੀਗੀ। ਤੁਸੀਂ ਇਹ ਚੀਜ਼ ਨਾਲ ਕਿੰਨੇ ਕੁ ਸਹਿਮਤ ਹੋ ਕਿ ਬਾਕੀ ਜਿਹੜੀ ਇਹਨਾਂ ਦੀ ਭੂਮਿਕਾ ਡੇਰੇ ਦੇ ਵਿੱਚ ਬੇਅਦਬੀ ਕਰਨ ਵਿੱਚ ਹੈਗੀ ਹੈ? ਦੇਖੋ ਗੱਲ ਇਹ ਹੈ ਕਿ ਅਸੀਂ ਸਿੱਟ ਦੇ ਉੱਤੇ ਵਿਸ਼ਵਾਸ ਕਰਦੇ ਹਾਂ। ਅਸੀਂ ਪਹਿਲਾਂ ਵੀ ਵਿਸ਼ਵਾਸ ਕੀਤਾ, ਉਹਨਾਂ ਨੇ ਪੜਤਾਲ ਕੀਤੀ ਹੈ ਅਤੇ ਉਹਨਾਂ ਦੀ ਪੜਤਾਲ ਨਾਲ ਅਸੀਂ ਸਹਿਮਤ ਹੈ। ਇਹ ਤਾਂ 2 ਸਿੱਟਾਂ ਬਣੀਆਂ, ਦੋਨਾਂ ਸਿੱਟਾਂ ਨੇ ਪੜਤਾਲ ਕਰਕੇ ਪਾਇਆ ਨਾ, ਉਹਨਾਂ ਦੀ ਪੜਤਾਲ ਨਾਲ ਅਸੀਂ ਸਹਿਮਤ ਹੈ। ਹੁਣ ਜੇ ਮੈਂ ਆਖਾਂ ਕਿ ਮੈਂ ਇੱਥੇ ਬੈਠਾ ਕਹਿ ਦਿਆਂ ਵੀ ਆਹ ਫਲਾਨੀ ਗੱਲ ਹੈ, ਢਿਮਕੀ ਗੱਲ ਹੈ, ਮੈਂ ਇਸ ਗੱਲ ਦੇ ਉੱਤੇ ਕਿਵੇਂ ਕੋਈ ਉੱਤਰ ਦੇ ਸਕਦਾ? ਉਹ ਸਿੱਟਦੀ ਹੈ ਤਾਂ ਉਹਨਾਂ ਨੇ 7 ਸਾਲ ਹੋ ਗਏ ਲੱਗਿਆ ਹੋਇਆ। ਦੂਜੀ ਗੱਲ ਕਰੀਏ ਜਿਹੜੇ ਸਿੱਖ ਆਗੂ ਜਿੰਨੇ ਵੀ ਨੇ ਉਹ ਅਕਾਲੀ ਦਲ ਦੇ ਇਹ ਐਲੀਗੇਸ਼ਨ ਆਉਂਦੇ ਨੇ ਕਿ ਇਹਨਾਂ ਨੇ ਪਹਿਲਾਂ ਤਾਂ ਉਹ ਬੇਅਦਬੀ ਜਦੋਂ ਉਹ ਡੇਰਾ ਮੁਖੀ ਦੀ ਫਿਲਮ ਲੱਗੀ ਸੀ ਉਸ ਸਮੇਂ ਸਪੋਰਟ ਕੀਤੀ, ਵੋਟਾਂ ਵਿੱਚ ਵੀ ਸਪੋਰਟ ਲਈ ਹੈ, ਅਤੇ ਦੂਜਾ ਨਾਲ ਜਿਹੜੀ ਮਾਫੀਨਾਮਾ ਦਿੱਤਾ ਗਿਆ ਸੀਗਾ ਉਸ ਵਿੱਚ ਵੀ ਅਕਾਲੀ ਦਲ ਦੀ ਸ਼ਮੂਲੀਅਤ ਰਹੀ, ਇਸ ਕਰਕੇ ਵੀ ਇਹਨਾਂ ਦਾ ਜਿਹੜਾ ਵਿਰੋਧ ਕੀਤਾ ਜਾਂਦਾ ਸੀਗਾ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਦੇ ਵਿੱਚ ਜੋ ਐਲੀਗੇਸ਼ਨ ਤੁਹਾਡੇ ਦੀ ਇਹ ਚੀਜ਼ਾਂ ਲੱਗ ਰਹੇ ਸੀ ਉਹ ਵੀ ਗਲਤ ਨੇ? ਇਹ ਚੀਜ਼ ਦੀ ਗੱਲ ਇਹ ਹੈ ਜੀ ਵੀ ਡੇਰੇ ਵਾਲੇ ਤਾਂ ਸਪੋਰਟ ਕਰਦੇ ਆ, ਕਿਸੇ ਨਾ ਕਿਸੇ ਦੀ ਕਰਦੇ ਆ। 2007 'ਚ ਕਾਂਗਰਸ ਦੀ ਵੀ ਕੀਤੀ, BJP ਦੀ ਵੀ ਕੀਤੀ ਆ, ਸਾਰਿਆਂ ਦੀ ਕਰਦੇ ਆ, ਸਾਡੀ ਵੀ ਕੀਤੀ ਹੋਣੀ ਹੈ, ਸਾਰਿਆਂ ਦੀ ਕਰਦੇ ਆ। ਉਹ ਉਹਨਾਂ ਨੇ ਅਕਸਰ ਕਿਸੇ ਨਾ ਕਿਸੇ ਨਾਲ ਜੁੜੇ ਹੋਏ ਹੁੰਦੇ ਆ ਬੰਦੇ ਆ। ਤੁਸੀਂ ਪੱਤਰਕਾਰ ਹੋ, ਤੁਸੀਂ ਪੱਤਰਕਾਰ ਵੀ ਹੋ, ਤੁਸੀਂ ਸਾਰੇ ਇਹ ਤਾਂ ਨਹੀਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ, ਕਾਂਗਰਸ ਨਾਲ ਜੁੜੇ ਹੋਏ ਹੋ, ਜਾਂ BJP ਨਾਲ ਜੁੜੇ ਹੋਏ ਹੋ, ਜਾਂ ਅਕਾਲੀ ਦਲ ਨਾਲ ਜੁੜੇ ਹੋਏ ਹੋ। ਤੁਸੀਂ ਵੀ ਕਿਸੇ ਨਾ ਕਿਸੇ ਨਾਲ ਜੁੜੇ ਹੋਏ ਹੋ। ਜੁੜੇ ਹੋਏ ਬੰਦੇ ਮਦਦ ਕਰਦੇ ਹੀ ਹੁੰਦੇ ਆ ਜੀ। ਬਾਣੀ ਵਿੱਚ ਲਿਖਿਆ, ਕੂੜ ਨਿਕੁੱਟੇ ਨਾਨਕਾ ਊੜਕ ਸੱਚ ਰਹੀ, ਯਾਨੀ ਕਿ ਹਮੇਸ਼ਾ ਝੂਠ ਹੀ ਰਹਿੰਦਾ ਔਰ ਸੱਚ ਹੀ ਰਹਿੰਦਾ ਹੈ। ਇਸ ਦਾ ਸਾਰਾ ਕੁਝ ਸੱਚ ਤੁਹਾਡੇ ਸਾਹਮਣੇ ਆ ਗਿਆ ਹੈ। ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਕਰਕੇ ਝੂਠ ਬੋਲਿਆ ਔਰ ਜਿਨ੍ਹਾਂ ਨੇ ਸਿੱਧਾ ਹੀ ਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਟੱਕਰਾ ਲਿੱਤਾ, ਮੈਂ ਤਾਂ ਇਹੀ ਕਹੂੰਗੀ, ਕਿਉਂਕਿ ਬੇਅਦਬੀ ਦਾ ਮਾਮਲਾ ਜਿਹੜਾ ਸੀਗਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੀ। ਔਰ ਉਸ ਸਮੇਂ ਦੀਆਂ ਕਈ ਵਿਰੋਧੀ ਰਾਜਨੀਤਿਕ ਪਾਰਟੀਆਂ, ਉਸ ਸਮੇਂ ਦੇ ਅਖੌਤੇ ਜਥੇਬੰਦੀਆਂ ਜਿਨ੍ਹਾਂ ਨੇ ਕਿ ਸਿਰਫ ਇੱਕ ਕੂੜ ਪ੍ਰਚਾਰ ਕੀਤਾ ਔਰ ਸਿੱਧਾ ਜਿਹੜਾ ਟਾਕਰਾ ਜਿਹੜਾ ਸੀ ਉਹ ਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਕਿ ਸਰਵ ਉੱਚ ਨੇ ਉਹਨਾਂ ਦੇ ਨਾਲ ਲਿੱਤਾ। ਤਾਂ ਅੱਜ ਸਾਰਾ ਕੁਝ ਜਿਹੜਾ ਤੁਹਾਡੇ ਸਾਹਮਣੇ ਹੈਗਾ। ਮੈਂ ਤਾਂ ਇਹੀ ਬੇਨਤੀ ਕਰਾਂਗੀ ਕਿ ਅਸੀਂ ਸਾਰੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪੂਰੀ ਜਿੰਨੇ ਵੀ ਹੈ, ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਨਿਆਂ ਕਰਨ ਵਾਲਾ ਵੀ ਤੂੰ ਹੈ, ਤੁਸੀਂ ਆਪ ਹੀ ਉਹਨਾਂ ਨੂੰ ਬਖਸ਼ਣਾ, ਆਪ ਹੀ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਪਾਉਣਾ। ਪਰ ਇੱਕ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਜਿਹੜਾ 7 ਸਾਲ ਅਸੀਂ ਸਭ ਨੇ, ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਹੜੇ ਕਿ ਇੱਕ ਧਾਰਮਿਕ ਸੰਸਥਾ ਹੈ, ਆਪਣੇ ਆਪ ਦੇ ਵਿੱਚ ਇੱਕ ਨਿਰੋਲ ਧਾਰਮਿਕ ਸੰਸਥਾ ਹੈਗੀ ਹੈ, ਜੋ ਉਹਨਾਂ ਨੂੰ ਢਾਲ ਲੱਗੀ ਸੀ, ਜੋ ਉਹਨਾਂ ਨੂੰ ਨਮੋਸ਼ੀ ਹੋਈ ਸੀ, ਜਾਂ ਜਿੰਨੇ ਵੀ ਸਾਡੇ ਅਕਾਲੀ ਦਲ ਦੇ ਲੀਡਰ ਹੈ, ਜਿਹੜੀ ਨਮੋਸ਼ੀ ਦਾ ਸਾਹਮਣਾ ਸਾਨੂੰ ਕਰਨਾ ਪਿਆ ਔਰ ਜਿਹੜੀ ਸਥਿਤੀ ਦੇ ਵਿੱਚੋਂ ਅਸੀਂ ਸਾਰੇ ਲੰਘੇ ਹਾਂ, ਅੱਜ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਪਰਮਾਤਮਾ ਨੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਜਿਹੜਾ ਉਹ ਤੁਹਾਡੇ ਸਾਹਮਣੇ ਲਿਆ ਕੇ ਰੱਖਿਆ। ਇਸ ਤੋਂ ਜ਼ਿਆਦਾ ਤਾਂ ਮੈਂ ਕੁਝ ਨਹੀਂ ਕਹੂੰਗੀ। ਇਹੀ ਅਰਦਾਸ ਕਰੂੰਗੀ ਕਿ ਪਰਮਾਤਮਾ ਵਿਰੋਧੀਆਂ ਨੂੰ ਵੀ ਸਮਤ ਬਖਸ਼ਣ ਤਾਂ ਕਿ ਉਹ ਘੱਟੋ ਘੱਟ ਆਪਣੇ ਗੁਰੂ ਦੇ ਨਾਲ ਸਿੱਧੇ ਰੂਪ ਦੇ ਵਿੱਚ ਬੇਅਦਬੀ ਨਾ ਕਰਕੇ, ਟਾਕਰਾ ਨਾ ਲੈਣ ਔਰ ਝੂਠ ਬੋਲ ਕੇ ਜਿਹੜੀ ਕੁਰਸੀ ਲੈਣੀ ਹੈ ਉਹਦੇ ਵਾਸਤੇ ਵੀ ਜੋ ਅਸੀਂ ਅਰਦਾਸ ਕੀਤੀ ਸੀ ਕਿ ਕਿਸੇ ਦਾ ਕੱਖ ਨਾ ਰਹੇ, ਮੈਂ ਕਹਿੰਦੀ ਹਾਂ ਉਹ ਤੁਹਾਡੇ ਹੌਲੀ ਹੌਲੀ ਪ੍ਰਤੱਖ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਆਈ ਜਾਂਦਾ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਜਿੱਥੇ ਖੜੀ ਸੀ ਉੱਥੇ ਹੀ ਖੜੀ ਹੈ। ਉਹਨਾਂ ਦਾ ਕੈਡਰ, ਉਹਨਾਂ ਦਾ ਵਰਕਰ ਸਾਰੇ ਜਿਹੜੇ ਹੈਗੇ ਆ ਉਹ ਬੜੇ ਮਜ਼ਬੂਤੀ ਦੇ ਨਾਲ ਖੜੇ ਹੈਗੇ ਆ ਔਰ ਪਰਮਾਤਮਾ ਦੇ ਨਾਲ ਹਮੇਸ਼ਾ ਜੁੜੇ ਰਹਿਣਗੇ ਔਰ ਪਰਮਾਤਮਾ ਦੇ ਦੱਸੇ ਹੋਏ ਰਾਹਾਂ ਦੇ ਉੱਤੇ ਚੱਲ ਕੇ ਆਪਣੀ ਪਾਰਟੀ ਨੂੰ, ਆਪਣੀ ਕੌਮ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਣਗੇ। ਦਾਦੂਵਾਲ ਦਾ ਇੱਕ ਬਿਆਨ ਆਇਆ ਜੋ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਬਚਾਇਆ। ਬਿਆਨ ਤਾਂ ਜੀ ਦਾਦੂਵਾਲ ਅੱਗੇ ਕਈ ਦੇ ਚੁੱਕੇ ਹੈਗੇ ਆ, ਕਦੀ ਉਹਨਾਂ ਦੇ ਬਿਆਨ, ਕਦੀ ਉਹ ਬਰਗਾੜੀ ਜਾ ਕੇ ਜਦੋਂ ਉਹਨਾਂ ਨੇ ਇੱਥੇ ਮੋਰਚਾ ਲਾਇਆ